ਦਾ ਵੀ ਸਾਰੀਆਂ ਗਲਤੀਆਂ ਹੈ, ਪਰ ਕਿਸੇ ਗਿਲਟ ਜ਼ੋਨ ਚ ਨਹੀਂ ਹੈ, ਕਿਤੇ ਕ੍ਰਾਈਮ ਜ਼ੋਨ ਚ ਨਹੀਂ ਹੈ। ਉਹਨੂੰ ਕਹਿੰਦਾ ਕਿ ਤੈਨੂੰ ਪਤਾ ਹੈ ਕਿ ਤੂੰ ਜੋ ਕਹਿ ਰਿਹਾ ਕਿ ਮੈਂ ਨਿਸ਼ਚਿਤ ਹੀ ਕੀਤਾ ਤੇ ਤੈਨੂੰ ਨਰਕ ਚ ਭੇਜ ਦਿੱਤਾ ਜਾਏਗਾ। ਉਹ ਕਹਿੰਦਾ ਤੁਸੀਂ ਭੇਜ ਹੀ ਨਹੀਂ ਪਾਓਗੇ ਮੈਨੂੰ ਨਰਕ ਵਿੱਚ। ਕਹਿੰਦਾ ਕਿਉਂ? परमात्मा ਕਹਿੰਦਾ ਕਿਉਂ, ਮੈਂ ਕਿਉਂ ਨਹੀਂ ਭੇਜ ਪਾਵਾਂਗਾ ਤੈਨੂੰ ਨਰਕ ਦੇ ਵਿੱਚ? ਕਹਿੰਦਾ ਕਿਉਂਕਿ ਮੈਂ ਨਰਕ ਤੋਂ ਸਿਵਾਏ ਜ਼ਿੰਦਗੀ 'ਚ ਕੁਝ ਹੋਰ ਜਾਣਿਆ ਹੀ ਨਹੀਂ। ਮੈਂ ਰਿਹਾ ਹੀ ਸਾਰੀ ਉਮਰ ਨਰਕ 'ਚ ਆ ਤੇ ਮੈਨੂੰ ਹੋਰ ਕਿੱਥੇ ਭੇਜੋਗੇ? ਸੋ ਫਸਟ ਥਿੰਗ ਟੂ lay stress on this thing is ਕਿ ਉਹਨੇ ਜ਼ਿੰਦਗੀ ਦੇ ਸਾਰੇ ਸੁੱਖ ਭੋਗੇ ਸੀ। ਇਸ ਤੋਂ ਬਾਅਦ ਉਹ ਸਟੇਟਮੈਂਟ ਦੇ ਰਿਹਾ ਹੈ ਕਿ ਮੈਂ ਨਰਕ ਤੋਂ ਸਿਵਾਏ ਕੁਝ ਹੋਰ ਨਹੀਂ ਜਾਣਦਾ, ਮੈਂ ਸਾਰੀ ਉਮਰ ਰਿਹਾ ਹੀ ਨਰਕ 'ਚ ਆ ਤੇ ਮੈਨੂੰ ਤੁਸੀਂ ਕੀ ਨਰਕ 'ਚ ਭੇਜੋਗੇ? ਮੈਂ ਕੁਝ ਹੋਰ ਦੇਖਿਆ ਹੀ ਨਹੀਂ, ਮੈਂ ਹੋਰ ਕੁਝ ਜਾਣਿਆ ਹੀ ਨਹੀਂ, ਮੈਂ ਹੋਰ ਕਿਸੇ ਤਰੀਕੇ ਰਿਹਾ ਹੀ ਨਹੀਂ, ਤੇ ਮੈਨੂੰ ਤੁਸੀਂ ਕਿਵੇਂ ਨਰਕ 'ਚ ਭੇਜੋਗੇ? ਇੱਕਦਮ ਪਰਮਾਤਮਾ ਵੀ ਸ਼ੌਕ 'ਚ ਚਲਾ ਜਾਂਦਾ ਹੈ ਕਿ ਵੀ ਇਹ ਕੀ ਕਹਿ ਰਿਹਾ। ਉਹਦੀਆਂ ਸਾਰੀਆਂ ਜਿੰਨੇ ਵੀ ਉਹਦੇ ਪਰਮਾਤਮਾ ਦੇ ਸਜ਼ਾ ਦੇਣ ਦੇ ਤਰੀਕੇ ਹੁੰਦੇ ਉਹ ਸਾਰੇ ਉਹਨੂੰ ਲੱਗਦਾ ਇਹਦੇ ਤੇ ਕੰਮ ਨਹੀਂ ਹੋ ਰਹੇ, ਕੰਮ ਨਹੀਂ ਕਰ ਰਹੇ। ਸੋ ਅਲਟੀਮੇਟਲੀ ਉਹ ਸੋਚਦਾ ਹੈ ਅੱਛਾ ਚਲ ਜੇ ਤੈਨੂੰ ਨਰਕ 'ਚ ਨਹੀਂ ਭੇਜ ਸਕਦਾ ਤੇ ਤੈਨੂੰ ਫਿਰ ਸਵਰਗ 'ਚ ਭੇਜਾਂਗਾ। ਕਹਿੰਦਾ ਮੈਨੂੰ ਸਵਰਗ 'ਚ ਵੀ ਨਹੀਂ ਤੁਸੀਂ ਭੇਜ ਸਕਦੇ। ਬੜਾ ਹੈਰਾਨ ਹੁੰਦਾ, ਕਹਿੰਦਾ ਤੂੰ ਕੌਣ ਮੇਰੇ ਉੱਪਰ ਹੈ ਹੁਕਮਰਾਨੀ ਕਰਨ ਵਾਲਾ ਕਿ ਮੈਂ ਤੈਨੂੰ ਸਵਰਗ 'ਚ ਵੀ ਨਹੀਂ ਭੇਜ ਸਕਦਾ? ਇਹ ਕਿਸ ਤਰ੍ਹਾਂ ਹੋ ਸਕਦਾ ਕਿ ਮੈਂ ਤੈਨੂੰ ਸਵਰਗ 'ਚ ਨਹੀਂ ਭੇਜ ਸਕਦਾ? There is nobody above me. So if I wish, I can send you to heaven. He said, no, you can't send me to heaven. ਕਹਿੰਦਾ ਉਹ ਕਿਸ ਤਰ੍ਹਾਂ? ਕਹਿੰਦਾ ਕਿਉਂਕਿ ਇਸ ਤਰ੍ਹਾਂ ਕਿ ਮੈਂ ਸਾਰੀ ਉਮਰ ਆਦਮੀ ਜਾਤ ਜਿੰਨੇ ਸਾਰੇ ਸੁੱਖ ਜਿਹੜਾ ਮੈਂ ਕੀਤੇ, ਸਾਰੇ ਗਲਤ ਕੰਮ ਕਰਕੇ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ, ਉਹ ਕਦੀ ਆਪਣੇ ਜੀਵਨ ਦੇ ਵਿੱਚ ਸੁੱਖ ਦਾ ਸਵਰਗ ਦਾ ਸੁਪਨਾ ਵੀ ਨਹੀਂ ਲੈ ਸਕਿਆ। ਔਰ ਇੰਨੇ ਅਸੀਂ ਮੈਂ ਨਿਪੁੰਨ ਹੋ ਚੁੱਕਿਆ ਹਰ ਸੁੱਖ ਨੂੰ ਦੁੱਖ 'ਚ ਕਨਵਰਟ ਕਰਨ ਦੇ ਵਿੱਚ ਕਿ ਤੂੰ ਜਿੰਨੇ ਮਰਜ਼ੀ ਮੈਨੂੰ ਪਰਮਾਤਮਾ ਸਵਰਗ ਦੇ ਦੇ, ਮੈਂ ਉਹਨੂੰ ਮਿੰਟਾਂ 'ਚ ਨਰਕ ਬਣਾ ਦੇਣਾ। So this is the second capacity, second statement by that man. You might give me anything, any number of blessings. I have the capacity to change every blessing into curse. ਕਿਉਂਕਿ ਇਹਦੇ 'ਚ ਮੈਂ ਇੰਨਾ ਸ਼ਾਤਰ ਹੋ ਚੁੱਕਿਆ ਵਾਂ ਕਿ ਮੈਂ ਮਿੰਟ ਨਹੀਂ ਲਾਂਦਾ ਕਿ ਮੈਂ ਆਪਣੇ ਸਾਰੇ ਸੁੱਖਾਂ ਨੂੰ ਦੁੱਖ 'ਚ ਬਦਲ ਦੇਣਾ ਵਾਂ। ਰਾਈਟ? ਸੋ ਨਾ ਤੂੰ ਮੈਨੂੰ ਨਰਕ 'ਚ ਭੇਜ ਸਕਦਾ ਕਿਉਂਕਿ ਮੈਂ ਆਲਰੇਡੀ ਨਰਕ 'ਚ ਹਾਂ, ਤੇ ਨਾ ਤੂੰ ਮੈਨੂੰ ਸਵਰਗ 'ਚ ਭੇਜ ਸਕਦਾ ਕਿਉਂਕਿ ਮੈਨੂੰ ਇੰਨੀ ਨਿਪੁੰਨਤਾ ਆ ਗਈ ਹੈ ਆਪਣੇ ਹਰ ਸੁੱਖ ਨੂੰ ਦੁੱਖ 'ਚ ਬਦਲਣ ਦੀ ਕਿ ਸਵਰਗ ਤੇ ਮੇਰੇ ਲਈ ਕੋਈ ਪੋਸੀਬਿਲਿਟੀ ਹੀ ਨਹੀਂ ਰਹਿ ਜਾਂਦਾ। ਸੋ ਜੇ ਅਸੀਂ ਇਸ ਕਹਾਣੀ ਨੂੰ ਆਪਣੇ ਨਾਲ ਰੂਟੀਨ ਲਾਈਫ ਦੇ ਵਿੱਚ ਜੋੜ ਕੇ ਦੇਖਿਓ ਤੇ ਇਹ ਗੱਲ ਸਮਝ ਆਉਂਦੀ ਹੈ ਕਿ ਸੁੱਖ ਨੂੰ ਦੁੱਖ ਬਣਾਉਣਾ ਤੇ ਦੁੱਖ ਨੂੰ ਸੁੱਖ ਬਣਾਉਣਾ ਸਾਡੇ ਆਪਣੇ ਉੱਪਰ ਨਿਰਭਰ ਹੈ। ਕੋਈ ਬਾਹਰੋਂ ਇਨਸਾਨ ਤੁਹਾਨੂੰ ਸੁੱਖ ਨਹੀਂ ਦੇ ਸਕਦਾ ਤੇ ਨਾ ਹੀ ਕੋਈ ਤੁਹਾਨੂੰ ਦੁੱਖ ਦੇ ਸਕਦਾ ਹੈ। ਇਹ ਤੁਹਾਡੀ ਮੈਂਟਲ ਕੈਪੈਸਿਟੀ ਹੈ, ਮਾਈਂਡ ਕੈਪੈਸਿਟੀ ਹੈ। ਇੱਕੋ ਸਿਚੁਏਸ਼ਨ, ਇੱਕੋ ਤਰ੍ਹਾਂ ਦਾ ਦੁੱਖ ਜੇ ਦੋ ਵੱਖਰੇ ਤਰ੍ਹਾਂ ਦੇ ਬੰਦਿਆਂ ਨੂੰ ਦੇ ਦਿੱਤਾ ਜਾਵੇ ਨਾ, ਲੈਟ ਅਸ ਸੇ ਦੋ ਵੱਖਰੇ ਬੰਦਿਆਂ ਨੂੰ ਦੇ ਦਿੱਤਾ ਜਾਵੇ ਤੇ ਇੱਕ ਬੰਦਾ ਉਹ ਦੁੱਖ ਨੂੰ ਦੁੱਖ ਮੰਨ ਕੇ ਜੀ ਸਕਦਾ ਹੈ, ਦੂਸਰਾ ਬੰਦਾ ਉਹ ਦੁੱਖ ਨੂੰ ਸੁੱਖ 'ਚ ਕਨਵਰਟ ਕਰਕੇ ਜੀ ਸਕਦਾ ਹੈ। ਸੋ ਆਈ ਗਿਵ ਯੂ ਐਨ ਐਗਜ਼ਾਮਪਲ। ਕਿੰਨੇ ਬੱਚੇ कॉम्पिटिटिव एग्जाम्स चों या दूसरे एग्जाम्स चों फेल होंदे है, ठीक है? वेरी सिंपल एग्जाम है, साडे कॉमन हाउस होल्ड चीज है, या अपने कैरियर दे विचों फेल होंदे है या अपने किसी भी प्रोजेक्ट चों फेल होंदे है। एक बंदा वो इस चीज नूं अपना फेलियर परमानेंट एक्सेप्ट करके डिप्रेशन च चला जाता है और समझ लैंदा है कि मैं लूजर हाँ पक्का, और वो इस चीज दे विच हमेशा रहिंदा है। दूसरा बंदा उस फेलियर नूं अपना स्टेपिंग स्टोन समझ के अपना लर्निंग लैसन लैके अगे प्रोग्रेस करके साल 2 साल बाद तरक्की कर जाता है। और उस तरक्की दे पिछे एक राज होर हुंदा है कि जिहड़ी उन्हें गलती पहली बारी कीती हुंदी है जिहदे करके वो फेल होया है,
उस करके उस गलती तो सारी उम्र ਲਈ दोबारा करन तो बच जाता है। ठीक है, सो same kind of circumstances if given to different people, depending upon our mindset, we can experience grief, depression, or on the other hand we can experience blissfulness, or we can convert it into bliss or into success. So कोई भी ਤੁਹਾਨੂੰ ਸੁੱਖ ਜਿਹੜਾ ਨਾ ਜੇ ਕੋਈ ਪਲੇਟ ਚ ਪਾ ਕੇ ਦੇ ਦੇਣਾ ਤੇ ਜੇ ਤੁਹਾਨੂੰ ਸੁੱਖ ਦਾ ਸਵਾਦ ਨਹੀਂ ਪਤਾ ਨਾ ਤੇ ਤੁਸੀਂ ਉਹਨੂੰ ਚੱਖ ਨਹੀਂ ਸਕਦੇ। I have seen people, many people ਜਿਨ੍ਹਾਂ ਦੇ ਘਰ ਦੇ ਵਿੱਚ ਹਰ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਹੈ ਪਰ ਇਹਦੇ ਬਾਵਜੂਦ ਵੀ ਉਹ ਸੁਖੀ ਨਹੀਂ ਰਹਿੰਦੇ ਕਿਉਂਕਿ ਉਹਨਾਂ ਦਾ ਦਿਮਾਗ ਜਿਹੜਾ ਹਰ ਉਸ ਚੀਜ਼ ਵੱਲ ਜਾਂਦਾ ਹੈ ਜਿਹੜੀ ਕਿ ਪ੍ਰੈਜ਼ੈਂਟ ਨਹੀਂ ਹੈਗੀ ਜਾਂ ਉਹਨਾਂ ਦਾ ਮਾਈਂਡ ਆਪਣੇ ਆਪ ਕੁਛ ਨਾ ਕੁਛ ਕ੍ਰੀਏਟ ਕਰਦਾ ਹੈ ਜਿਹੜਾ ਕਿ ਉਹਨਾਂ ਨੂੰ ਸੁੱਖ ਲੈਣ ਦੇ ਕਾਬਿਲ ਹੀ ਨਹੀਂ ਛੱਡਦਾ। ਸੋ ਜਿਹੜੀ ਇਹ ਸਿਚੁਏਸ਼ਨ ਜਿਹੜੀ ਉਹ ਇਨਸਾਨ ਨੂੰ ਦਿੱਤੀ ਗਈ ਉਹ ਕਹਿੰਦਾ ਕਿ ਮੈਂ ਇੰਨਾ ਕੁ ਨਿਪੁੰਨ ਆ ਆਪਣੇ ਸੁੱਖ ਨੂੰ ਵੀ ਦੁੱਖ ਚ ਕਨਵਰਟ ਕਰਨ ਦਾ। ਸੋ ਅਸੀਂ ਵੀ ਆਲਮੋਸਟ ਸਾਰੇ ਹੀ ਉਸੇ ਸਟੇਜ ਦੇ ਉੱਤੇ ਹੀ ਘੁੰਮਦੇ ਫਿਰਦੇ ਹੁੰਦੇ ਆ। ਕੋਈ 19 ਤੇ ਹੁੰਦਾ ਤੇ ਕੋਈ 21 ਤੇ ਹੁੰਦਾ ਐਂਡ ਸਿਰਫ ਇੱਕ ਬੋਇਲਿੰਗ ਪੁਆਇੰਟ ਦਾ ਫਰਕ ਹੁੰਦਾ ਵਾ। ਠੀਕ ਹੈ ਕਿ ਕਿਸੇ ਦੀ ਸੂਈ ਕਿਤੇ ਜਾ ਕੇ ਟਿਕ ਜਾਂਦੀ ਹੈ, ਕਿਸੇ ਦੀ ਕਿਤੇ ਜਾ ਕੇ ਟਿਕ ਜਾਂਦੀ ਹੈ। ਲਾਸਟ ਸਟ੍ਰੋ ਕਿਹੜਾ ਕਿਸ ਵੇਲੇ ਆਉਂਦਾ ਵੀ ਨੈਵਰ ਨੋ। ਸੋ ਵੀ ਸ਼ੁਡ ਬਿਲਡ ਦਿਸ ਆਰਟ। ਠੀਕ ਹੈ, ਜਿਹੜੇ ਲੋਕਾਂ ਨੇ ਧਿਆਨ ਦੀ ਕਿਰਿਆ ਚ ਮਾਹਰ ਹੁੰਦਾ ਨਾ ਅਸੀਂ ਹਰ ਵਾਰੀ ਕਹਿੰਦੇ ਆ ਮੈਡੀਟੇਸ਼ਨ, ਸਪਿਰਿਚੁਅਲਿਟੀ, ਧਿਆਨ ਜਾਂ ਮੈਡੀਟੇਸ਼ਨ ਜਾਂ ਸਪਿਰਿਚੁਅਲਿਟੀ ਕੋਈ ਇਸ ਚੀਜ਼ ਦਾ ਨਾਮ ਨਹੀਂ ਹੈ ਕਿ ਅਸੀਂ ਅੱਖਾਂ ਬੰਦ ਕਰਕੇ 5-10 ਮਿੰਟ ਬੈਠ ਕੇ। ਧਿਆਨ ਦਾ ਲਿਟਰਲ ਮੀਨਿੰਗ ਇਹ ਹੁੰਦਾ ਹੈ ਕਿ ਜ਼ਿੰਦਗੀ ਨੂੰ ਧਿਆਨ ਨਾਲ ਜੀਣਾ। ਧਿਆਨ ਨਾਲ ਜੀਣ ਦਾ ਮਤਲਬ ਕੌਨਸ਼ੀਅਸਲੀ ਜੀਣਾ, ਧਿਆਨ ਰੱਖ ਕੇ ਜੀਣਾ ਕਿ ਜੇ ਮੈਂ ਇਹ ਕੰਮ ਕਰਾਂਗਾ ਤੇ ਇਹਦੇ ਕੀ ਕਨਸੀਕੁਐਂਸਸ ਹੈ, ਜੇ ਮੈਂ ਇਹ ਕੰਮ ਕਰਾਂਗਾ ਤੇ ਇਹਦੇ ਕੀ ਕਨਸੀਕੁਐਂਸਸ ਹੈ, whether I should do this thing or whether I should not do this thing. That is meditativeness and that is the ਧਿਆਨ। ਹੁਣ ਜਿਹੜੇ ਲੋਕੀ ਤੇ ਧਿਆਨ ਦੀ ਪ੍ਰਕਿਰਿਆ ਨੂੰ ਪਾ ਲੈਂਦੇ ਆ ਮੀਨਸ ਜਿਹੜੇ ਕੌਨਸ਼ੀਅਸਲੀ ਜੀਂਦੇ ਆ, ਜਿਨ੍ਹਾਂ ਨੂੰ ਪਤਾ ਹੈ ਨਾ ਕੁਛ ਲੈ ਕੇ ਆਏ ਨਾ ਕੁਛ ਲੈ ਕੇ ਜਾਣਾ ਹੈ। ਠੀਕ ਹੈ, ਐਟ ਦਾ ਐਂਡ ਤੁਸੀਂ ਜੋ ਵੀ ਪਾ ਲਿਆ ਯੂ ਆਰ ਅ ਵਿਨਰ ਕਿਉਂਕਿ ਤੁਸੀਂ ਕੁਛ ਲੈ ਕੇ ਹੀ ਨਹੀਂ ਆਏ। whatever you have got is that is your gain, whether it is a this much gain or this much gain. ਹੁਣ ਜਿਹੜੇ ਜਿਨ੍ਹਾਂ ਲੋਕਾਂ ਨੂੰ ਤੇ ਇੱਕ ਬੇਸਿਕ ਫਿਲਾਸਫੀ ਸਮਝ ਆ ਜਾਂਦੀ ਹੈ ਉਹਨਾਂ ਲਈ ਤੇ ਜਿਹੜੇ ਦੁੱਖ ਸੁੱਖ ਹੈ ਨਾ ਦੋਨੋਂ ਇੱਕੋ ਕੋਇਨ ਦੇ ਦੋ ਪਾਸੇ ਹੁੰਦੇ ਆ। ਉਹਨਾਂ ਨੂੰ ਕੋਈ ਬਹੁਤ ਫਰਕ ਨਹੀਂ ਪੈਂਦਾ ਨਾ ਉਹ ਦੁੱਖ ਦੇ ਵਿੱਚ ਬਹੁਤ ਜ਼ਿਆਦਾ ਨੀਵੇਂ ਜਾਂਦੇ ਆ। ਦੇ ਜਸਟ ਨੋ ਕਿ ਜੇ ਇਹ ਵਕਤ ਆਇਆ ਤੇ ਇੰਨੇ ਵੀ ਨਿਕਲ ਜਾਣਾ, ਸਟਰੈਂਥ ਨਾਲ ਇਹਨੂੰ ਅੱਗੇ ਕੱਢ ਲੋ। ਤੇ ਜੇ ਸੁੱਖ ਆਂਦਾ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਉਹ ਮੈਨੀਅਕ ਨਹੀਂ ਹੁੰਦੇ, ਆਪਣਾ ਬੈਲੈਂਸ ਨਹੀਂ ਲੂਜ਼ ਕਰਦੇ। ਦੇ ਆਰ ਗਰਾਊਂਡਡ, ਦੇ ਨੋ ਕਿ ਜੇ ਇਹ ਸੁੱਖ ਆਇਆ ਇਸ ਵੇਲੇ ਤੇ ਇੰਨੇ ਵੀ ਨਿਕਲ ਜਾਣਾ। ਹਰ ਦੁੱਖ ਤੋਂ ਬਾਅਦ ਸੁੱਖ ਹੈ, ਸੁੱਖ ਤੋਂ ਬਾਅਦ ਦੁੱਖ ਹੈ। ਜਿਹੜੀ ਸਾਡੀ ਇੱਕ ਬੇਸਿਕ ਬਚਪਨ ਤੋਂ ਇੱਕ ਫਿਲਾਸਫੀ ਸਾਨੂੰ ਸਿਖਾਈ ਗਈ, ਤੁਸੀਂ 10ਵੀਂ ਪਾਸ ਕਰ ਲਓ ਤੇ ਸੌਖੇ 80% ਨੰਬਰ ਆ ਜਾਣਗੇ, 12ਵੀਂ ਚ ਇੰਨੇ ਨੰਬਰ ਆ ਜਾਣਗੇ ਤੇ ਫਿਰ ਸਾਰੀ ਜ਼ਿੰਦਗੀ ਸੌਖੀ ਹੈ। ਜੇ PMT ਕਲੀਅਰ ਹੋ ਗਈ ਤੇ ਫਿਰ ਜ਼ਿੰਦਗੀ ਸੌਖੀ ਹੈ, ਫਿਰ ਮਜ਼ੇ ਹੀ ਮਜ਼ੇ। ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ ਤੇ ਨਾ ਹੀ ਇਸ ਤਰ੍ਹਾਂ ਦਾ ਕੁਛ ਹੈਗਾ ਕਿ ਜੇ ਤੁਹਾਡੇ ਕੋਲ ਇੰਨਾ ਪੈਸਾ ਆ ਗਿਆ ਤੇ ਜ਼ਿੰਦਗੀ ਬਹੁਤ ਸੌਖੀ ਹੈ। ਜੇ 2 ਵੀਲਰ ਦੀ ਜਗ੍ਹਾ 4 ਵੀਲਰ ਆ ਜਾਏਗਾ ਤੇ ਮਜ਼ੇ ਹੀ ਆ ਜਾਣਗੇ ਜ਼ਿੰਦਗੀ ਚ। ਜੇ 4 ਵੀਲਰ ਦੀ ਵੀ ਅਪਗ੍ਰੇਡੇਸ਼ਨ ਹੋ ਗਈ ਤੇ ਫਿਰ ਤੇ ਕੋਈ ਹੋਰ ਚੀਜ਼ ਦੀ ਕੋਈ ਕੁਛ ਹੋਰ ਚਾਹੀਦਾ ਹੀ ਨਹੀਂ ਹੈ, ਬਸ ਮਜ਼ੇ। ਇਸ ਤਰ੍ਹਾਂ ਦਾ ਕੁਛ ਨਹੀਂ ਹੈ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ। every step is followed, every rise is followed by a down, every down is followed by a rise. So it's like a zigzag zigzag. ਤੁਹਾਨੂੰ ਆਪਣੇ ਆਪ ਨੂੰ ਮੈਂਟਲੀ ਬੈਲੈਂਸ ਕਰਨਾ ਆਉਣਾ ਚਾਹੀਦਾ ਹੈ ਔਰ ਹਰ ਦੁੱਖ ਦੇ ਵਿੱਚ ਸੁੱਖ ਨੂੰ ਐਕਸਪੀਰੀਅੰਸ ਕਰਨਾ ਆਉਣਾ ਚਾਹੀਦਾ ਹੈ ਔਰ ਹਰ ਸੁੱਖ ਦੇ ਵਿੱਚ ਆਪਣੇ ਆਪ ਨੂੰ ਬੈਲੈਂਸ ਕਰਕੇ ਅੱਗੇ ਨਿਕਲਣਾ ਆਉਣਾ ਚਾਹੀਦਾ ਹੈ।
ਠੀਕ ਹੈ, ਸੋ ਦੈਟ ਕਿ ਜਿਹੜੀ ਅਸੀਂ ਇਹ ਆਰਟ ਸਿੱਖੀ ਹੈ ਦੁੱਖ ਨੂੰ ਦੁੱਖ ਚ ਬਣਾਉਣ ਦੀ, ਇਹਨੂੰ ਹੁਣ ਅਸੀਂ ਆਪਣੀ ਡੀਕੋਡਿੰਗ ਕਰੀਏ। ਸੋ ਡੀਕੋਡ ਯੂਅਰ ਮਾਈਂਡਸੈਟ ਕਿ ਅਸੀਂ ਹਰ ਚੀਜ਼ ਨੂੰ ਦੁੱਖ ਚ ਕਨਵਰਟ ਕਰ ਲੈਂਦੇ ਹਾਂ, ਰਾਈਟ। So I hope this is a very deep but very practical and very important message to us कि whatever the circumstances are, try to ride on the wave with a balanced mind so that it's a passing thing, it will pass. Don't take हमेशा एक व्यूअर की तरह बैठ के अपनी लाइफ ਨੂੰ perceive करना चाहिए, ना कि एक डूअर वांग, व्यूअर वांग करता भाव नहीं रखना। दूरों खड़े होके अपने आप ਨੂੰ देखो, सोचो की कर रहा है, की करना है, की नहीं करना, ਉਹਦਾ बहुत ज्यादा इंपैक्ट अपने ऊपर लैके, अपने माइंड ते लैके कि ऐ हो गया ते इस तरह क्यों होएगा, की होएगा, ते कुछ नहीं होएगा, कुछ नहीं होएगा। जिस तरह है उस तरह ही रहना, जो जो लिखिया है उवें होना। सिर्फ अपने आप ਨੂੰ ਤੁਸੀਂ हर वेले बैलेंस रखना है, दैट इज द मोस्ट इंपॉर्टेंट थिंग। और दुख ਨੂੰ भी बहुत डीपली अंदर तक नहीं लेके जाना, सिर्फ जे आया ते वे आउट लभना कि ਅਸੀਂ ਇਹਦੇ ਚੋਂ किस तरह निकलना। ਤੇ ਜੇ सुख भी आया बड़े बैलेंस्ड वे नाल, हंबल वे नाल ਉਹਨੂੰ रहो। बाकी इट इज अ पार्ट ऑफ लाइफ, ये दोनों ने रहना ही रहना है। सो लेट्स नॉट ट्राई टू whatever good days we get make it equally bad, because everyone has a share of bad and good, high and lows. So whatever good we have, let's enjoy it. Whatever lows we have, let's try to pass through it with as much calmness as we can. So that is it. Thank you so much. Any questions?